ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉ ਕਰ ਮਿਲੈ ਜੁਠਾਰੀ। ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੀ। ਹਮਰੀ ਮੁਦਰ ਨਾਮ ਹਰ ਸੁਆਮੀ, ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਜਿਉ ਭਾਵੈ ਤਿਉ ਰਾਖੋ ਸੁਆਮੀ, ਜਨ ਨਾਨਕ ਸ਼ਰਨ ਤੁਮਾਰੀ। ਅਨੇਕ ਜਨਮ ਪਾਪ ਕਰ ਭਰਮੇ, ਹੁਣ ਤਉ ਸ਼ਰਨਾਗਤ ਆਏ। ਦਇਆ ਕਰੋ ਰੱਖ ਲਿਓ ਹਰਿ ਜੀਓ, ਹਮ ਲਾਗੈ ਸਤਿਗੁਰ ਪਾਏ। ਦਇਆ ਕਰੋ ਰੱਖ ਲਿਓ ਹਰਿ ਜੀਓ, ਹਮ ਲਾਗੈ ਸਤਿਗੁਰ ਪਾਏ। ਸਾਹਿਬੇ ਬਰਕਤ, ਸਾਹਿਬੇ ਇਕਬਾਲ, ਸਾਹਿਬੇ ਕਮਾਲ, ਸਾਹਿਬੇ ਜਲਾਲ, ਰੋਸ਼ਨੇ ਚਿਰਾਗ ਮੁਰਸ਼ਦੇ ਕਾਮਲ, ਨੂਰੇ ਨਜ਼ਰ ਬਰਦੋ ਆਲਮ ਸ਼ਾਹ। ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਬਾਬਿਆਂ ਦੇ ਬਾਬੇ, ਰਹਿਬਰਾਂ ਦੇ ਰਹਿਬਰ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਗਰੀਬ ਨਿਵਾਜ਼। ਸਰਬ ਸੁਖ ਸੰਪੰਨ, ਸਰਬ ਦੁੱਖ ਹਰਤਾ, ਚਾਰ ਪਦਾਰਥਾਂ ਦੇ ਦਾਤੇ, ਗਿਆਨ ਦੇ ਅਗੰਮੀ ਸਾਗਰ, ਕਲਯੁਗ ਕੇ ਬੋਖੇਤ। ਦਸਾਂ ਪਾਤਸ਼ਾਹੀਆਂ ਅਤੇ ਪ੍ਰਮਾਣਿਕ ਭਗਤਾਂ ਦੇ ਆਤਮਿਕ ਸਰੂਪ, ਸਰਬ ਸਾਂਝੀ ਵਾਲਤਾ ਦੀ ਮਹਾਨ ਜਾਗਦੀ ਤਸਵੀਰ, ਚੌਰ ਤਖਤ ਦੇ ਮਾਲਕ, ਸਰਬਰੇ ਕਾਇਨਾਤ ਬਾਰਗਾਹੇ ਇਨਾਇਤ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ, ਜਿਹਦੀ ਪਾਵਨ ਪਵਿੱਤਰ ਗੋਹ ਦੇ ਅੰਦਰ ਸਤਿਗੁਰੂ ਦੇ ਬਖਸ਼ੇ ਹੋਏ ਇਸ ਜਨਮ ਨੂੰ ਜੀਵਨ ਦੀ ਜੁਗਤ ਵਿੱਚ ਢਾਲਣ ਵਾਸਤੇ, ਸਤਿਗੁਰੂ ਦੀ ਪਾਵਨ ਕੀਰਤੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਾਸਰੋ ਮਨਸੂਰ ਏਜ਼ ਦੀ ਮਨਜ਼ੂਰ, ਹੱਕਰਾ ਗੰਜ਼ੂਰ ਜ਼ੁਮਲਾ ਫੈਜ਼ ਨੂਰ, ਫਾਇਜ਼ੁਲ ਅਨਵਾਰ ਕਾਸ਼ਫੁਲ ਅਸਰਾਰ, ਬੇਕਸਾਰਾ ਯਾਰ ਕਾਦਰੇ ਹਰ ਕਾਰ, ਖਜ਼ਾਨੇ ਹਰ ਗੰਜ਼ ਬੇਰਹਿਮੇ ਹਰ ਰੰਜ਼, ਖਾਲਸੋ ਬੇਕੀਨਾ ਹੱਕ ਹੱਕ ਆਈਨਾ, ਹੱਕ ਹੱਕ ਅਗਾਹ ਸ਼ਾਹੇ ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼, ਸਾਹਿਬੇ ਕਮਾਲ ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰ ਚੇਲਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਹੀਂ ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ। ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ। ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਵਾ ਸਤਿਕਾਰ ਵਾ ਪਿਆਰ ਵਾ ਵੈਰਾਗ ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਿਆਰ, ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਹੋ ਸਕਦਾ ਕੁਝ ਸੰਗਤਾਂ 2-3 ਦਿਨ ਤੋਂ ਜਿਹੜਾ ਪ੍ਰੋਗਰਾਮ ਸਤਿਗੁਰ ਦੀ ਕਿਰਪਾ ਨਾਲ ਵਿਸ਼ਾ ਦਾਸ ਨੇ ਆਰੰਭ ਗੁਰੂ ਨੇ ਕਰਾਇਆ, ਆਪ ਜੀ ਨੇ ਹਾਜ਼ਰੀ ਨਾ ਭਰੀ ਹੋਵੇ। ਮੈਂ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਆਪ ਜੀ ਨੂੰ, ਤੇ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਕੀਰਤਨ ਪੱਕੇ ਧਾਗੇ ਦੀ ਤੰਦ ਹੈ। ਰਾਗੀ ਸਿੰਘ ਕੀਰਤਨ ਕਰ ਰਹੇ ਹੋਣ, ਜਦੋਂ ਸਥਾਈ ਪੰਕਤੀ ਗਾਉਂਦੇ ਨੇ, ਕੁਝ ਸਾਜ਼ ਦੀ ਕਸ਼ਿਸ਼ ਹੈ, ਕੁਝ ਰਾਗ ਦੀ ਕਸ਼ਿਸ਼ ਹੈ, ਬੰਦੇ ਦਾ ਮਨ ਜੁੜ ਜਾਂਦਾ, ਪਤਾ ਲੱਗ ਜਾਂਦਾ ਕੀ ਗਾਇਆ ਜਾ ਰਿਹਾ। ਫਰਜ਼ ਕਰੋ ਉਹ ਸ਼ਬਦ ਅੱਖਰਾਂ ਕਰਕੇ ਔਖਾ ਹੈ, ਸਮਝ ਨਹੀਂ ਆ ਰਿਹਾ, ਉਹਨਾਂ ਨੇ ਅਗਲਾ ਸ਼ਬਦ ਸ਼ੁਰੂ ਕੀਤਾ, ਹੋ ਸਕਦਾ ਮਨ ਜੁੜ ਜਾਏ। ਪਰ ਕਥਾ ਕੀਰਤਨ ਤੇ ਢਾਡੀਆਂ ਦਾ ਪ੍ਰਸੰਗ, ਸ਼ਬਦ ਵਿਚਾਰ, ਇਹ ਕੱਚੇ ਧਾਗੇ ਦੀ ਤੰਦ ਹੈ, ਇਹ ਰਸਤੇ ਵਿੱਚੋਂ ਨਹੀਂ ਗੰਢੀ ਜਾ ਸਕਦੀ। ਇਹਨੂੰ ਫਰਮ ਦਾ ਵੈਰੀ ਬਿਗਨਿੰਗ ਸੁਣਨਾ ਪਏਗਾ ਤਾਂ ਗੱਲ ਬਣਦੀ। ਜਿਸ ਤਰ੍ਹਾਂ ਪੁਰਾਣੀਆਂ ਮਾਵਾਂ ਚਰਖਾ ਕੱਤਦੀਆਂ ਸਨ, ਜੇ ਤੰਦ ਸੂਤਰ ਦੀ ਟੁੱਟ ਜਾਏ ਤੇ ਫਿਰ ਤਕਲੇ ਦੇ ਨਾਲੋਂ ਚੁੱਕਣੀ ਪੈਂਦੀ ਹੈ, ਰਾਹ ਵਿੱਚ ਨਹੀਂ ਗੰਢੀ ਜਾ ਸਕਦੀ। ਜਿਹੜੀਆਂ ਸੰਗਤਾਂ ਗੁਰੂ ਦੇ ਪਾਵਨ ਚਰਨਾਂ ਵਿੱਚ ਅੱਜ ਹਾਜ਼ਰੀ ਭਰ ਰਹੀਆਂ ਨੇ, ਮੇਰਾ ਖਿਆਲ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਹੋਣਾ ਵੀ ਦਾਸ ਨੇ ਵਿਚਾਰ ਕੀ ਆਰੰਭ ਕੀਤੀ ਹੈ, ਸ਼ਬਦ ਕੀ ਹੈ, ਉਹਦਾ ਭੂਮਿਕਾ ਕੀ ਸੀ, ਆਰੰਭਤਾ ਕਿਸ ਤਰ੍ਹਾਂ ਹੋਈ। ਇਸ ਵਾਸਤੇ ਕਥਾ ਭਾਵੇਂ ਆਪ ਜੀ ਟੀਵੀ ਤੇ ਸੁਣੋ ਕਿਸੇ ਮਹਾਂਪੁਰਸ਼ ਦੀ, ਤੇ ਭਾਵੇਂ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਸੁਣੋ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ, ਸ਼ਬਦ ਵਿਚਾਰ ਫਰਮ ਦਾ ਵੈਰੀ ਬਿਗਨਿੰਗ ਪਤਾ ਲੱਗੇਗਾ, ਤਾਂ ਪਤਾ ਲੱਗੇਗਾ ਸ਼ਬਦ ਕੀ ਕਹਿ ਰਿਹਾ ਹੈ, ਕਿਸ ਪਾਸੇ ਸੁਰਤ ਨੂੰ ਲਿਜਾ ਰਿਹਾ ਹੈ। ਤੋ ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਤੇ ਜਿਹੜਾ ਵਿਸ਼ਾ ਸਤਿਗੁਰੂ ਨੇ ਮੇਰੀ ਝੋਲੀ ਵਿੱਚ ਪਾਇਆ ਸੀ ਕੁਝ ਦਿਨ ਤੋਂ, ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇਹਨੂੰ 4 ਸ਼ਖਸੀਅਤਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਕੀਤਾ ਹੈ। ਬਾਕੀ ਕੋਈ ਵੀ ਐਸੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ ਜਿਹਨੂੰ 4 ਸ਼ਖਸੀਅਤਾਂ ਨੇ ਅੰਕਿਤ ਕੀਤਾ ਹੋਵੇ। ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਿਆ ਪਹਿਰੇ ਦੇ ਸਿਰਲੇਖ ਹੇਠ, ਇਹਨੂੰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਉਚਾਰਿਆ ਪਹਿਰੇ ਦੇ ਸਿਰਲੇਖ ਹੇਠ, ਇਹਨੂੰ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਪਹਿਰੇ ਦੇ ਸਿਰਲੇਖ ਹੇਠ। ਇਸੇ ਆਸ਼ੇ ਨੂੰ ਭਗਤ ਬੇਣੀ ਜੀ ਮਹਾਰਾਜ ਨੇ ਵੀ ਸ੍ਰੀ ਰਾਗ ਵਿੱਚ ਉਚਾਰਿਆ, ਗੁਰੂ ਨਾਨਕ ਪਾਤਸ਼ਾਹ ਨੇ ਵੀ ਸ੍ਰੀ ਰਾਗ ਵਿੱਚ ਉਚਾਰਿਆ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਵੀ ਸ੍ਰੀ ਰਾਗ ਵਿੱਚ ਉਚਾਰਿਆ, ਗੁਰੂ ਅਰਜਨ ਸਾਹਿਬ ਨੇ ਵੀ ਸ੍ਰੀ ਰਾਗ ਉਚਾਰਿਆ, ਤੇ ਬਿਲਕੁਲ ਨਾਲ ਨੇ। ਤਾਂ ਹੀ ਭਗਤ ਬੇਣੀ ਜੀ ਮਹਾਰਾਜ ਦਾ ਜੋ ਪਾਵਨ ਸ਼ਬਦ ਆਰੰਭ ਕੀਤਾ ਸੀ, ਉਹਦੇ ਤੇ ਸਿਰਲੇਖ ਦਿੱਤਾ ਹੋਇਆ ਹੈ, ਪਹਿਰਿਆ ਕੇ ਕਰ ਗਾਵਣਾ। ਤੋ ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਜ਼ਿੰਦਗੀ ਦੇ ਕੁਝ ਪੜਾਅ ਬਖਸ਼ਿਸ਼ ਕੀਤੇ ਨੇ ਸਤਿਗੁਰੂ ਨੇ ਇਸ ਬਾਣੀ ਅੰਦਰ, ਕਿ ਇਹ ਜੀਵ ਮਾਤਾ ਦੇ ਗਰਭ ਵਿੱਚ ਪਹਿਲਾ ਪੜਾਅ, ਗਰਭ ਵਿੱਚੋਂ ਨਿਕਲਿਆ ਦੂਸਰਾ ਜਵਾਨੀ, ਫਿਰ ਵਿਆਹ ਹੋ ਗਿਆ ਤੀਸਰਾ, ਫਿਰ ਉਸ ਤੋਂ ਬਾਅਦ ਬੱਚੇ ਹੋ ਗਏ ਤੇ ਬੁਢੇਪਾ ਆ ਗਿਆ ਚੌਥਾ, ਤੇ ਫਿਰ ਪੰਜਵਾਂ ਸੰਸਾਰ ਤੋਂ ਚੱਲਣਾ ਪਿਆ। ਇਹ 5 ਸਟੇਜਾਂ ਇਸ ਸ਼ਬਦ ਵਿੱਚ ਨੇ। ਸਤਿਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ, ਰਹਿਮਤ ਨਾਲ ਅਸਾਂ ਸਾਰਿਆਂ ਨੇ ਹੁਣ ਤੱਕ ਤੀਸਰੇ ਪੜਾਅ ਦੀਆਂ ਇਹਨਾਂ ਪੰਕਤੀਆਂ ਦੀ ਵਿਚਾਰ ਕੱਲ ਤੱਕ ਆਪਸ ਵਿੱਚ ਸਾਂਝੀ ਕੀਤੀ ਸੀ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਇਸ ਦੀ ਵਿਚਾਰ ਗੁਰੂ ਦੀ ਕਿਰਪਾ ਨਾਲ ਹੋਈ ਸੀ। ਸੁਤ ਸੰਪਤ ਦੇਖ, ਸੁਤ ਮੈਨੇ ਬੱਚੇ, ਸੰਪਤ ਮੈਨੇ ਤਨ। ਔਰ ਮਾਇਆ ਦੇ 2 ਹੀ ਵਿੰਗ ਨੇ, ਇੱਕ ਜੜ ਮਾਇਆ, ਇੱਕ ਚੇਤਨ ਮਾਇਆ। ਮਾਇਆ ਦੇ ਗੁਣ 3 ਨੇ, ਰੂਪ 2 ਨੇ। ਰਜੋਗੁਣੀ, ਤਮੋਗੁਣੀ, ਸਤੋਗੁਣੀ, ਇਹ ਮਾਇਆ ਦੇ 3 ਗੁਣ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਮਾਇਆ ਦੇ ਰੂਪ 2 ਨੇ, ਚੇਤਨ ਮਾਇਆ ਤੇ ਜੜ ਮਾਇਆ। ਤੋ ਸਤਿਗੁਰੂ ਦੋਨਾਂ ਦਾ ਜ਼ਿਕਰ ਕਰ ਰਹੇ ਨੇ। ਜਦੋਂ ਬੰਦੇ ਦੇ 4 ਦਿਨ ਚੰਗੇ ਹੁੰਦੇ ਨੇ, ਉਹਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਸ਼ਾਇਦ ਗਿਰਾਵਟ ਵੀ ਕਦੀ ਆਉਣੀ। ਜਦੋਂ ਪਤੰਗ ਅਸਮਾਨ ਦੀਆਂ ਉਚਾਈਆਂ ਤੇ ਚੜੀ ਹੁੰਦੀ ਹੈ, ਇਸ ਗੱਲ ਦਾ ਪਤਾ ਨਹੀਂ ਹੁੰਦਾ। ਜੇ ਡੋਰ ਟੁੱਟ ਗਈ ਤੇ ਬਹੁਤੀ ਡੋਰ ਉਦੋਂ ਹੀ ਜਾਂਦੀ ਜਦੋਂ ਬਹੁਤੀ ਉੱਚੀ ਚੜੀ ਹੁੰਦੀ ਹੈ। ਜੋ ਕਾਮਯਾਬ ਹੈ ਉਹ ਮਗਰੂਰ ਹੈ ਆਪਣੀ ਅਕਲ ਪਰ, ਉਹ ਆਪਣੇ ਹੰਕਾਰ ਵਿੱਚ ਨੇ। ਹੁਣ ਰੱਬ ਦੀ ਕੀ ਲੋੜ ਹੈ, ਹੁਣ ਨਿਤਨੇਮ ਦੀ ਕੀ ਲੋੜ ਹੈ, ਹੁਣ ਕੇਸਾਂ ਦੀ ਕੀ ਲੋੜ ਹੈ, ਹੁਣ ਰਹਿਤ ਬਹਿਤ ਦੀ ਕੀ ਲੋੜ ਹੈ, ਹੁਣ ਅੰਮ੍ਰਿਤ ਵੇਲੇ ਦੀ ਕੀ ਲੋੜ ਹੈ, ਹੁਣ ਸਿਮਰਨ ਦੀ ਕੀ ਲੋੜ ਹੈ। जो कामयाब है वो मगरूर है अपनी अकल पर, जब लुटते हैं तो सितारों को दोष देते हैं। तो सतगुरु जी बख्शिश कर रहे ने, सुत संपत देख ए मन गरबिया। आख्या बच्चे जवान हो गए ने, घर विच पैसे बहुत ने,
ਸੁੱਖ ਮਿਲ ਰਹੇ ਨੇ। ਔਰ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਸੁੱਖ ਪਹਿਲਾਂ ਭੋਗ ਬਣਦਾ ਹੈ, ਭੋਗ ਤੋਂ ਬਾਅਦ ਰੋਗ ਬਣਦਾ ਹੈ, ਰੋਗ ਤੋਂ ਬਾਅਦ ਸੋਗ ਬਣਦਾ ਹੈ, ਸੋਗ ਤੋਂ ਬਾਅਦ ਵਿਯੋਗ ਬਣ ਜਾਂਦਾ। ਸੁੱਖ ਪਹਿਲਾਂ ਭੋਗ ਨੂੰ ਜਨਮ ਦੇਗਾ, ਅਗਰ ਰੱਬ ਭੁੱਲ ਗਿਆ ਤੇ ਇਹ ਜ਼ਰੂਰ ਬੰਦਾ ਭੋਗੀ ਹੋ ਜਾਏਗਾ। ਸੁੱਖ ਭੋਗ ਨੂੰ ਜਨਮ ਦਿੰਦਾ ਹੈ, ਭੋਗ ਰੋਗ ਨੂੰ ਜਨਮ ਦਿੰਦੇ ਨੇ, ਰੋਗ ਸੋਗ ਨੂੰ ਜਨਮ ਦਿੰਦਾ ਹੈ, ਸੋਗ ਵਿਯੋਗ ਨੂੰ ਜਨਮ ਦੇ ਦਿੰਦਾ ਹੈ। ਰੱਬ ਨਾ ਕਰਾਏ, ਪਰਮੇਸ਼ਰ ਇਮਤਿਹਾਨ ਚਲਾਏ, ਦੁੱਖ ਪਹਿਲਾਂ ਦਾਰੂ ਬਣਦਾ ਤੇ ਦਾਰੂ ਤੋਂ ਬਾਅਦ ਦਾਤ ਬਣ ਜਾਂਦਾ। ਤੋ ਸਤਿਗੁਰੂ ਜੀ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਸੁਤ ਸੰਪਤ ਦੇਖ ਇਹ ਮਨ ਗਰਭਿਆ, ਰਾਮ ਹਿਰਦੈ ਤੇ ਖੋਇਆ, ਪਰਮਾਤਮਾ ਹਿਰਦੇ ਵਿੱਚੋਂ ਗਵਾ ਛੜਿਆ। ਆਖਿਆ ਰੱਬ ਦੀ ਕੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਜੀ ਤਸਵੀਰ ਖਿੱਚਦੇ ਨੇ, ਐਸੇ ਬੰਦੇ ਦੀ ਅਵਸਥਾ ਕੀ ਹੁੰਦੀ ਹੈ। ਪਾਤਸ਼ਾਹ ਦੇ ਬੋਲ, ਰੇ ਮਨ ਮੂਸ ਬਿਲਾ ਮੈਂ ਗਰਭਤ, ਕਰਤਬ ਕਰਤ ਮਹਾਮੁਗਨਾ। ਗੁਰੂ ਅਰਜਨ ਸਾਹਿਬ, ਸੰਪਤ ਦੋਲ ਝੋਲ ਸੰਗ ਝੂਲਤ, ਕਰਤਬ ਕਰਤ ਮਹਾ ਘੁਗਨਾ। ਸਤਿਗੁਰੂ ਕਹਿੰਦੇ ਨੇ, ਜਦੋਂ ਬੰਦਾ ਮਾਇਆ ਦੀ ਪੀਂਘ ਤੇ ਬੈਠ ਕੇ ਝੂਟੇ ਲੈਂਦਾ, ਪੀਂਘ ਦਾ ਇੱਕ ਨਿਯਮ ਹੈ, ਜਿੰਨੀ ਫੋਰਸ ਨਾਲ ਅੱਗੇ ਝੂਟਾ ਲਈਏ, ਪਿੱਛੇ ਲਾਉਣ ਵਾਸਤੇ ਫੋਰਸ ਨਹੀਂ ਲਈ ਜਾਂਦੀ, ਪੀਂਘ ਆਪੇ ਪਿੱਛੇ ਲੈ ਆਉਂਦੀ ਹੈ। ਜਦੋਂ ਪੀਂਘ ਨੂੰ ਲੋਕ ਝੂਟਦੇ ਨੇ, ਅੱਗੇ ਵਾਸਤੇ ਜ਼ੋਰ ਲਾਉਂਦੇ ਨੇ, ਪਿੱਛੇ ਵਾਸਤੇ ਜ਼ੋਰ ਕੋਈ ਨਹੀਂ ਲਾਉਂਦਾ, ਆਪੇ ਉਨੀ ਫੋਰਸ ਨਾਲ ਪਿੱਛੇ ਆ ਜਾਂਦੀ ਹੈ। ਜਿਹੜੇ ਲੋਕ ਮਾਇਆ ਦੀ ਪੀਂਘ ਤੇ ਆਪਣੀ ਸੁਰਤ ਨੂੰ, ਮਨ ਨੂੰ, ਵਿਕਾਰਾਂ ਨੂੰ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਝੂਟੇ ਦਿੰਦੇ ਨੇ, ਹਕੀਕਤ ਜਾਣਿਓ, ਜਿੱਡਾ ਵੱਡਾ ਝੂਟਾ ਪੀਂਘ ਤੇ ਬੈਠ ਕੇ ਮਾਇਆ ਦਾ ਦੇਣਗੇ, ਰੱਬ ਨਾਲੋਂ ਓਨੇ ਹੀ ਪਿੱਛੇ ਆਪੇ ਹੀ ਟੁਰ ਜਾਂਦੇ ਨੇ, ਕਰਨੇ ਨਹੀਂ ਪੈਂਦੇ। ਸਤਿਗੁਰੂ ਕਹਿ ਰਹੇ, ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭਰਮਤ ਘੁਗਣਾ। ਸਤਿਗੁਰੂ ਕਹਿੰਦੇ ਨੇ, ਮਾਇਆ ਦੇ ਹਨੇਰੇ ਨੇ ਉਹਨੂੰ ਉੱਲੂ ਬਣਾ ਦਿੱਤਾ ਹੈ। ਅਸਮਾਨ ਤੇ ਇੱਕ ਸੂਰਜ ਚੜ੍ਹਿਆ ਤੇ ਉੱਲੂ ਨੂੰ ਨਹੀਂ ਦਿਸਿਆ। ਹਕੀਕਤ ਜਾਣਿਓ, ਤੇਰੇ ਅੰਦਰ ਸੂਰਜਾਂ ਦਾ ਵੀ ਸੂਰਜ ਪਰਮਾਤਮਾ ਬੈਠਾ ਹੈ, ਨਹੀਂ ਦਿਸਦਾ। ਸੂਰਜਾਂ ਦਾ ਵੀ ਸੂਰਜ, ਚੰਦਰਮਾ ਦਾ ਵੀ ਚੰਦਰ, ਬ੍ਰਹਿਮੰਡਾਂ ਦਾ ਸਾਰਾ ਰਚਨਹਾਰ ਤੇਰੇ ਅੰਦਰ ਬੈਠਾ ਹੈ, ਪਰ ਮਾਇਆ ਨੇ ਐਸਾ ਹਨੇਰਾ ਬਣਾ ਲਿਆ, ਨਹੀਂ ਦਿਸਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿ ਰਹੇ, ਇਸ ਬੰਦੇ ਦੀ ਐਸੀ ਹਾਲਤ ਹੋ ਗਈ ਹੈ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਕਿਰਪਾ ਕਰਦੇ ਨੇ, ਆਖਿਆ ਅਵਰ ਮਰਤ ਮਾਇਆ ਮਨ ਤੋਲੇ। ਅਗਲੀ ਪੰਕਤੀ, ਅਵਰ ਮਰਤ ਮਾਇਆ ਮਨ ਤੋਲੇ, ਤੋ ਭਗਮੁਖ ਜਨਮ ਵਿਗੋਇਆ। ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਦਿਆਂ, ਕਈਆਂ ਬੰਦਿਆਂ ਦੀ ਨਿਗਾਹ ਇੱਥੇ ਰਹਿੰਦੀ ਹੈ, ਮੇਰਾ ਸਹੁਰਾ ਮਰ ਜਾਏਗਾ ਤੇ ਕਿੰਨੀ ਪ੍ਰਾਪਰਟੀ ਮੈਨੂੰ ਮਿਲੇਗੀ। ਸਤਿਗੁਰੂ ਨੇ ਇੱਕ ਇੱਕ ਬਾਣੀ ਵਿੱਚ ਬਖਸ਼ਿਸ਼ ਉਹ ਕੀਤੀ ਹੋਈ ਹੈ ਜਿਹਦਾ ਕੋਈ ਅੰਤ ਨਹੀਂ। ਕਈ ਲੋਕ ਹਿੰਦੁਸਤਾਨ 'ਚ ਮੈਂ ਵੇਖੇ ਨੇ, ਜਿਨ੍ਹਾਂ ਦੇ ਰਿਲੇਟਿਵ ਫਾਰਨ ਆ ਗਏ ਨੇ, ਲੰਡਨ ਅਮਰੀਕਾ ਆ ਗਏ ਨੇ, ਮਲੇਸ਼ੀਆ ਆ ਗਏ ਨੇ, ਉਹ ਕਹਿੰਦੇ ਨੇ ਹੁਣ ਇਹਨਾਂ ਨੇ ਕਿਹੜਾ ਵਾਪਸ ਆਉਣਾ, ਇਹ ਜਾਇਦਾਦ ਸਾਨੂੰ ਮਿਲਣੀ। ਹਰ ਵੇਲੇ ਬਗਾਨੀ ਧਨ ਤੇ ਨਿਗਾਹ। ਪਾਤਸ਼ਾਹ ਦੇ ਬੋਲ, ਅਵਰ ਮਰਤ ਮਾਇਆ ਮਨ ਤੋਲੇ, ਆਪਣੇ ਮਨ ਨੂੰ ਮਾਇਆ ਦੇ ਵੱਟਿਆਂ ਤੇ ਪਾ ਕੇ ਤੋੜ ਰਿਹਾ, ਮੈਨੂੰ ਕੀ ਮਿਲੇਗਾ ਇਹਦੇ ਵਿੱਚੋਂ, ਮਰ ਗਿਆ ਮੈਨੂੰ ਕੀ ਮਿਲੇਗਾ। ਕਈ ਵਾਰੀ ਤੇ ਰੱਬ ਨਾ ਕਰਾਏ ਇੱਥੋਂ ਤੱਕ ਪਹੁੰਚ ਜਾਂਦਾ, ਪੁੱਤਰ ਇੰਤਜ਼ਾਰ ਕਰਦਾ, ਪਿਓ ਕਦੋਂ ਮਰੇਗਾ ਤੇ ਮੈਨੂੰ ਕਦੋਂ ਜਾਇਦਾਦ ਮਿਲੇਗੀ। ਗੁਰੂ ਗ੍ਰੰਥ ਸਾਹਿਬ ਦਾ ਇੱਕ ਲਫ਼ਜ਼ ਵੀ ਕਿਧਰੇ ਅੱਗੇ ਪਿੱਛੇ ਨਹੀਂ ਹੋ ਸਕਦਾ, ਜੋ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤਾ ਇਹਦੇ ਵਿੱਚ। ਮਹਾਰਾਜ ਕਹਿੰਦੇ, ਅਵਰ ਮਰਤ ਮਾਇਆ ਮਨ ਤੋਲੇ, ਤੇ ਇਹਨਾਂ ਵਿਸ਼ੇ ਵਿਕਾਰਾਂ ਤੇ ਜੀਵ ਦੇ ਰਸਾਂ ਵਿੱਚ ਜ਼ਿੰਦਗੀ ਗਵਾ ਦਿੱਤੀ। ਇੱਥੇ ਜਾ ਕੇ ਸ਼ਬਦ ਦਾ ਤੀਸਰਾ ਪੜਾਅ ਮੁਕੰਮਲ ਹੈ। ਅੰਕ 3 ਲਿਖਿਆ ਸਤਿਗੁਰ ਨੇ। ਇਸ ਤੋਂ ਬਾਅਦ ਹੁਣ ਬੁਢੇਪੇ ਦਾ ਜ਼ਿਕਰ ਸਤਿਗੁਰ ਕਰਨ ਲੱਗੇ ਨੇ। ਬੁਢੇਪਾ ਚੱਲਿਆ, ਬੁਢੇਪਾ ਚੱਲਿਆ। ਸਤਿਗੁਰੂ ਕਹਿ ਰਹੇ ਨੇ, ਇਸ ਬੁਢੇਪੇ ਦੀ ਤਸਵੀਰ ਭਗਤ ਬੇਣੀ ਜੀ ਮਹਾਰਾਜ ਨੇ ਤੇ ਗੁਰੂ ਅਰਜਨ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇਸ ਪਹਿਰਿਆਂ ਦੀ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਇਹ ਚੌਥਾ ਪੜਾਅ ਹੈ ਜ਼ਿੰਦਗੀ ਦਾ। ਤੇ ਚੌਥੇ ਪੜਾਅ ਦੀ ਸਤਿਗੁਰੂ ਨੇ ਪਹਿਲੀ ਪੰਕਤੀ ਆਖੀ, ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਮਹਾਰਾਜ ਕਹਿੰਦੇ ਨੇ, ਵਾਲ ਚਿੱਟੇ ਹੋ ਗਏ ਨੇ। ਔਰ ਮੈਂ ਆਪ ਜੀ ਨੂੰ ਬੇਨਤੀ ਕਰਦਾ, ਸਭ ਤੋਂ ਪਹਿਲਾਂ ਵਾਲ ਚਿੱਟੇ ਕੰਨਾਂ ਕੋਲ ਆਉਣਗੇ। ਸਭ ਤੋਂ ਪਹਿਲਾਂ ਬੁਢੇਪਾ ਆਣ ਕੇ ਆਵਾਜ਼ ਮਾਰਦਾ, ਜੀਵ ਸੁਣ ਲੈ। ਸਭ ਤੋਂ ਪਹਿਲਾਂ
बुढ़ेपा आण के आवाज मारदा, ਉਹ ਤੇਰੀ ਜ਼ਿੰਦਗੀ ਜਵਾਨੀ ਬੀਤ ਗਈ ਹੈ, ਬਚਪਨ ਬੀਤ ਗਿਆ, ਉਹਦੇ ਵਿੱਚ ਜੋ ਗੁਨਾਹ ਹੋ ਗਏ ਨੇ, ਹੁਣ ਤੇਰੀ ਬੁਢੇਪੇ ਦੀ ਉਮਰ ਹੈ, ਇਸ ਧੋਣੇ ਨੂੰ ਤੂੰ ਧੋ ਸਕਦਾ ਜੇ ਗੁਰੂ ਕਿਰਪਾ ਕਰ ਦੇਵੇ। ਮੈਂ ਬਹੁਤਾ ਤੇ ਨਾ ਕਹਿ ਦਿਆਂ, ਯਾਦ ਰੱਖਣਾ ਬੁਢੇਪੇ ਦਾ ਸਭ ਤੋਂ ਵੱਡੀ ਲਾਨਤ ਹੈ ਹੰਕਾਰ। ਬੁਢੇਪੇ ਦਾ ਸਭ ਤੋਂ ਵੱਡਾ ਗੁਣ ਹੈ ਖਿਮਾ। ਮੈਂ ਤੇ ਤੁਸੀਂ ਜਿੰਨੇ ਵੀ ਇੱਥੇ ਬੈਠੇ ਆ ਤੇ ਜਿਨ੍ਹਾਂ ਦੀ ਉਮਰ ਤਕਰੀਬਨ 60, 50 ਦੇ 70 ਦੇ ਦਹਾਕੇ ਵਿੱਚ ਚੱਲ ਰਹੀ ਹੈ, ਕਿ ਮੈਨੂੰ ਤੁਹਾਨੂੰ ਪਤਾ ਨਹੀਂ ਹੈ ਜ਼ਿੰਦਗੀ ਵਿੱਚ ਮੈਂ ਕੀ ਕੀ ਕੀਤਾ ਹੈ? ਕਿਹਨੂੰ ਨਹੀਂ ਪਤਾ ਹੈ? ਤੂੰ ਆਪਣੇ ਅੰਦਰ ਇੱਕ ਛਿਨ ਬਿਰਤੀ ਅੰਦਰ ਨੂੰ ਕਰ, ਅੰਦਰ ਕੈਮਰਾ ਸਪਸ਼ਟ ਲੱਗਾ, ਸਾਰੀ ਸਕਰੀਨ ਦੱਸ ਰਹੀ ਹੈ ਕੀ ਹੋ ਰਿਹਾ। ਇੱਕ ਸੈਕਿੰਡ ਵਾਸਤੇ ਅੰਤਰਮੁਖੀ ਹੋ, ਬਹੁਤੀ ਦੇਰ ਹੋਣ ਦੀ ਲੋੜ ਨਹੀਂ ਹੈ। ਤੂੰ ਆਪਣੇ ਭਰਾਵਾਂ ਨਾਲ ਕੀ ਕੀਤਾ, ਤੂੰ ਆਪਣੀ ਬਰਾਦਰੀ ਵਿੱਚ ਕੀ ਕੀਤਾ, ਤੂੰ ਵਾਈਫ ਤੋਂ ਲੁਕ ਕੇ ਕੀ ਕੀਤਾ, ਤੂੰ ਪਿਓ ਤੋਂ ਲੁਕ ਕੇ ਕੀ ਕੀਤਾ, ਸਭ ਕੁਝ ਤੇਰੇ ਅੰਦਰ ਪਿਕਚਰ ਕਲੀਅਰ ਹੈ। ਕੋਈ ਐਸਾ ਬੰਦਾ ਨਹੀਂ ਜਿਹਦੇ ਅੰਦਰ ਇਹ ਤਸਵੀਰ ਨਹੀਂ ਹੈ, ਪਰ ਬੰਦਾ ਅੱਖਾਂ ਮੀਟ ਲੈਂਦਾ। ਕਿਉਂ? ਕਿਉਂਕਿ ਅੰਦਰੋਂ ਆਪਣੇ ਔਗਣ ਦਿਸਦੇ ਨੇ। ਜਿੰਨਾ ਚਿਰ ਆਪਣੇ ਗੁਨਾਹਾਂ ਤੇ ਨਿਗਾਹ ਨਹੀਂ ਪੈਂਦੀ, ਜ਼ਿੰਦਗੀ ਬਦਲੇਗੀ ਵੀ ਨਹੀਂ। ਇਹ ਅੰਤਰਮੁਖੀ ਹੋਏਗਾ ਨਹੀਂ, ਜ਼ਿੰਦਗੀ नहीं बदलेगी। जब ना थी अपने गुनाहों पे नजर तो देखते थे दुनिया के ऐबो हुनर। जब ना थी अपने गुनाहों पे नजर तो देखते थे दुनिया के ऐबो हुनर। जब अपने गुनाहों पे पड़ी निगाह तो दुनिया में कोई भी बुरा ना रहा। बंदे दी आदत है दूसरे दे गुनाह वेखना। और मैं अक्सर ये गल क्या करदा, तुहाडा घर बहुत सोहना होवे, ਉਹਦੇ ਵਿੱਚ ਇਟਾਲੀਅਨ ਮਾਰਬਲ ਲੱਗਾ ਹੋਵੇ, 1000 ਰੁਪਏ ਫੁੱਟ ਦਾ ਵੀ ਲੱਗਾ ਹੋਵੇ, ਜਿਹੜੀ ਕੀੜੀ ਉੱਪਰ ਤੁਰ ਰਹੀ ਹੈ ਉਸਨੂੰ ਕੋਈ ਕੀਮਤ ਦਾ ਪਤਾ ਨਹੀਂ। ਉਹ ਵੇਖਦੀ ਹੈ ਮੋਰੀ ਕਿੱਥੇ ਵੇ, ਹੋਲ ਕਿੱਥੇ ਵੇ, ਉਹਨੂੰ ਪੱਥਰ ਨਾਲ ਕੀ ਵਾਸਤਾ ਹੈ? ਉਹਨੂੰ ਕੀ ਵਾਸਤਾ ਪੱਥਰ ਨਾਲ? मैं अर्ज कर देना चाहना, तुहाडा शरीर बड़ा सुंदर होवे ते कपड़े भी बड़े सुंदर होण, हकीकत जानियो मक्खी ਉਹ ਥਾਂ ਲੱਭਦੀ ਹੈ ਜ਼ਖਮ ਕਿੱਥੇ ਹੈ। ਮੱਖੀ ਨੂੰ ਕੱਪੜਿਆਂ ਨਾਲ ਕੋਈ ਮਤਲਬ ਨਹੀਂ, ਸੈਂਟ ਨਾਲ ਕੋਈ ਮਤਲਬ ਨਹੀਂ, ਸਰੀਰ ਨਾਲ ਕੋਈ ਮਤਲਬ ਨਹੀਂ, ਉਹ ਜ਼ਖਮ ਦੀ ਤਲਾਸ਼ ਕਰਦੀ ਹੈ, ਜ਼ਖਮ ਕਿੱਥੇ ਹੈ। ਕੁਝ ਬੰਦਿਆਂ ਦੀ ਜ਼ਿੰਦਗੀ ਕੇਵਲ ਇਸ ਤਰ੍ਹਾਂ ਨਿਕਲ ਜਾਂਦੀ ਹੈ, ਗੁਰਦੁਆਰੇ ਆਣ ਕੇ ਵੀ ਕਮੀਆਂ ਹੀ ਲੱਭਦੇ ਫਿਰਦੇ ਨੇ, ਗੁਰੂ ਚੋਂ ਵੀ ਕਮੀਆਂ ਲੱਭਦੇ ਨੇ। ਹਕੀਕਤ ਹੈ, ਕੇਵਲ ਇੱਥੇ ਹੀ ਖੜੇ ਨੇ ਸਾਰੀ ਜ਼ਿੰਦਗੀ। ਗੁਰੂ ਵਿੱਚੋਂ, ਅਵਤਾਰਾਂ ਵਿੱਚੋਂ, ਪੀਰਾਂ ਵਿੱਚੋਂ, ਪੈਗੰਬਰਾਂ ਵਿੱਚੋਂ ਵੀ ਕਮੀਆਂ ਹੀ ਲੱਭਦੇ ਫਿਰਦੇ ਨੇ, ਹੋਰ ਕੁਝ ਵੀ ਨਹੀਂ ਹੈ। ਉਹਨਾਂ ਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਵੀ ਕੱਖ ਵੀ ਨਹੀਂ। 20 ਸਾਲ ਤੋਂ 30 ਸਾਲ ਤੋਂ ਗੁਰਦੁਆਰੇ ਆ ਰਿਹਾ, ਕੁਝ ਵੀ ਨਹੀਂ ਹੈ। ਹਾਲੀ ਤੇ ਕੇਵਲ ਗੁਨਾਹ ਤੇ ਨਿਗਾਹ ਟਿਕੀ, ਕਮੀਆਂ ਤੇ ਨਿਗਾਹ ਟਿਕੀ। मेरे पातशाह बख्शिश कर रहे ने, रहमत कर रहे ने, बहुत कमाल दी तस्वीर खिंची है सतगुरु महाराज। कहते ने बुढ़ेपा आ गया है ते इसका जिक्र सतगुरु की कृपा नाल तकरीबन भगतां ने ते गुरु साहिबां ने सारियां ने किया है। पुंडर केस कुसम ते धौले, ਇਹ ਧੌਲਾ ਸ਼ਬਦ ਹਰਿਆਣੇ ਵਿੱਚ ਜੀਂਦ ਦੇ ਇਲਾਕੇ ਦਾ ਵਾਈਟ ਨੂੰ ਕਹਿੰਦੇ। ਮਹਾਰਾਜ ਕਹਿੰਦੇ ਨੇ ਇਹ ਵਾਲ ਜਿਹੜੇ ਨੇ ਕਾਲੇ ਤੋਂ ਚਿੱਟੇ ਹੋਣ ਲੱਗ ਗਏ ਤੇ ਬੰਦਾ ਇਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ, ਬੁਢਾਪੇ ਨੂੰ ਵੈਲਕਮ ਨਹੀਂ ਕਹਿੰਦਾ। ਤੂੰ ਹਾਲੀ ਬੁਢੇਪੇ ਨੂੰ ਵੈਲਕਮ ਨਹੀਂ ਕਹਿ ਰਿਹਾ ਤੇ ਮੌਤ ਨੂੰ ਵੈਲਕਮ ਕਿਦਨ ਕਹੇਗਾ? याद रखना, जे तू बुढ़ापे नू वैलकम नहीं किया, बुढ़ेपे नू वैलकम कहेगा तो काल चेता आएगा, तो जिस दिन काल चेता आएगा अकाल भी चेता आ जाएगा। जिन्होंने काल चेता नहीं उन्होंने अकाल कोई चेता नहीं।
ਜੇ ਤੈਨੂੰ ਆਪਣਾ ਬੁਢੇਪਾ ਚੇਤਾ ਆ ਗਿਆ, ਆਪਣਾ ਅੰਤ ਚੇਤਾ ਆ ਗਿਆ, ਤੇ ਯਾਦ ਰੱਖੀ ਫਿਰ ਬੇਅੰਤ ਵੀ ਚੇਤਾ ਆ ਜਾਏਗਾ। ਆਪਣਾ ਅੰਤ ਹੀ ਨਹੀਂ ਚੇਤਾ ਆ ਰਿਹਾ, ਬੇਅੰਤ ਕਦੋਂ ਚੇਤਾ ਆਏਗਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਸਤਿਗੁਰ ਦੀ ਬਾਣੀ ਤੇ ਕਹਿੰਦੀ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਮੌਤ ਨੂੰ ਕਬੂਲ ਕਰ। ਸਭਨਾ ਮਰਨਾ ਆਇਆ ਵਿਛੋੜਾ, ਸਭਨਾ ਹਾਂ, ਮੌਤ ਨੂੰ ਕਬੂਲ ਕਰ, ਕਾਲ ਨੂੰ ਯਾਦ ਕਰ। ਮੈਂ ਅਕਸਰ ਇਹ ਬੇਨਤੀ ਕਰਦਿਆਂ, ਇੱਕ ਬੱਚਾ ਅਗਰ ਅੱਗੇ ਵੇਖ ਰਿਹਾ ਹੈ ਤੇ ਉਹਨੂੰ ਜਵਾਨੀ ਦਿਸੇਗੀ, ਅਗਰ ਜਵਾਨ ਇੱਕ ਅੱਗੇ ਵੇਖ ਰਿਹਾ ਹੈ ਉਹਨੂੰ ਬੁਢੇਪਾ ਦਿਸੇਗਾ, ਅਗਰ ਬੁੱਢਾ ਵੀ ਇੱਕ ਅੱਗੇ ਵੇਖਣ 'ਚ ਕਾਮਯਾਬ ਹੋ ਗਿਆ ਤੇ ਉਹਨੂੰ ਕਾਲ ਦਿਸੇਗਾ, ਤੇ ਅਗਰ ਇਸ ਤੋਂ ਵੀ ਅੱਗੇ ਵੇਖਣ ਵਿੱਚ ਕਾਮਯਾਬ ਹੋ ਗਿਆ ਤੇ ਫਿਰ ਉਹਨੂੰ ਅਕਾਲ ਦਿਸ ਪਏਗਾ। ਅਕਸਰ ਬੁੱਢਾ ਪਿੱਛੇ ਵੇਖਣ ਲੱਗ ਪੈਂਦਾ, ਅਕਸਰ। ਸਤਿਗੁਰੂ ਦੇ ਬੋਲ, ਆਗਾਹਾਂ ਕੋ ਤਰਾਗ, ਪਿੱਛਾ ਫੇਰ ਨਾ ਮੋੜੜਾ। ਸਤਿਗੁਰੂ ਕਹਿੰਦੇ ਨੇ, ਅੱਗੇ ਵੇਖ, ਤੂੰ ਪਿੱਛੇ ਨਾ ਵੇਖ, ਅੱਗੇ ਵੇਖ। ਬੁਢੇਪਾ ਆ ਗਿਆ, ਅੱਗੇ ਵੇਖ, ਅੱਗੇ ਮੌਤ ਆ ਰਹੀ ਹੈ। ਇਸ ਕਾਲ ਨੂੰ ਬਚਣ ਦਾ ਯਤਨ ਕਰਕੇ ਅਕਾਲ ਤੱਕ ਪਹੁੰਚ ਜਾ। ਅਗਾਹਾਂ ਕੋ ਤਰਾਗ, ਪਿੱਛਾ ਫੇਰ ਨਾ ਮੋੜੜਾ, ਨਾਨਕ ਸਿਜ ਅਵੇਹਾ ਵਾਰ, ਬੌੜ ਨਾ ਹੋਵੀ ਜਨਮੜਾ। ਆਖਿਆ, ਇਸੇ ਵਾਰੀ ਜ਼ਿੰਦਗੀ ਵਿੱਚ ਗੁਰੂ ਕੋਲੋਂ ਬਖਸ਼ਿਸ਼ ਲੈ ਕੇ ਪੁੱਗ ਜਾ। ਇਸੇ ਜਨਮ ਵਿੱਚ ਆਪਣਾ ਕਰਮਾਂ ਦਾ ਖਾਤਾ ਪੜਵਾ ਲੈ, ਇਸੇ ਜਨਮ ਵਿੱਚ ਲਕੀਰ ਮਰਵਾ ਲੈ ਸਜਣਾ। ਇਸੇ ਜਨਮ ਵਿੱਚ ਆਪਣੇ ਗੁਨਾਹਾਂ ਤੋਂ ਤੋਬਾ ਕਰ ਲੈ। ਨਾਨਕ ਸਿਜ ਅਵੇਹਾ ਵਾਰ, ਬੌੜ ਨਾ ਹੋਵੀ ਜਨਮੜਾ। ਪਰ ਬੰਦੇ ਨੂੰ ਮੈਂ ਬੇਨਤੀ ਕਰ ਦੇਣਾ ਚਾਹੁੰਦਾ, ਹਕੀਕਤ ਜਾਣਿਓ, ਜਿਉਂ-ਜਿਉਂ ਬੁਢੇਪਾ ਆਉਂਦਾ ਇਹ ਬੰਦਾ ਬੁਢੇਪੇ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। 80-80 ਸਾਲ ਦੇ ਵੀ ਲੋਕ ਜਨਮ ਦਿਨ ਮਨਾਉਣ ਦੇ ਚੱਕਰ 'ਚ ਤੁਰੇ ਫਿਰਦੇ। ਕੀ ਮਰਨ ਯਾਦ ਹੈ? ਕੀ ਮੌਤ ਯਾਦ ਹੈ? ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਮਹਾਰਾਜ ਕਹਿੰਦੇ ਹੁਣ ਆਵਾਜ਼ ਵਿੱਚ ਜ਼ੋਰ ਨਹੀਂ ਰਿਹਾ, ਇੰਜ ਲੱਗਦਾ ਜਿਵੇਂ ਸਤਵੇਂ ਪਤਾਲ ਤੋਂ ਹੌਲੀ ਹੌਲੀ ਬੋਲਦਾ, ਸਮਝ ਨਹੀਂ ਆਉਂਦੀ। ਪਾਤਸ਼ਾਹ ਦੇ ਬੋਲ ਕਿਉਂ? ਕਿਉਂਕਿ ਇਹਨਾਂ ਫੇਫੜਿਆਂ ਵਿੱਚ ਓਨੀ ਹੁਣ ਤਾਕਤ ਨਹੀਂ ਰਹੀ ਹਵਾ ਭਰ ਸਕਣ ਤੇ ਬੋਲ ਸਕਣ। ਡਾਇਫਰਾਮ ਕੰਮ ਨਹੀਂ ਕਰਦਾ। ਸਤਿਗੁਰੂ ਨੇ ਤਸਵੀਰ ਖਿੱਚੀ ਹੈ ਬੁਢੇਪੇ ਦੀ। ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ। ਅੱਖਾਂ ਚੋਂ ਪਾਣੀ ਵਗਦਾ ਹੈ। ਨੈਣੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ। ਵਾਲ ਚਿੱਟੇ ਹੋ ਗਏ ਨੇ ਤੇ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ ਤੇ ਸਰੀਰ ਵਿੱਚ ਜਾਨ ਨਹੀਂ ਰਹੀ। ਨੈਣੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੂਦਾ ਕੰਠ, ਗਲੇ ਵਿੱਚ ਬਲਗਮ ਆ ਜਾਂਦੀ ਹੈ, ਆਵਾਜ਼ ਨਿਕਲਦੀ ਨਹੀਂ। ਰੂਦਾ ਕੰਠ, ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਇਹ ਜਿੰਨੇ ਬੀਪੀ ਦੇ, ਜਿੰਨੇ ਸ਼ੂਗਰ ਦੇ, ਜਿੰਨੇ ਹਾਰਟ ਦੀ ਵੀਕਨੈਸ ਦੇ ਸਿੰਪਟਮ ਸਤਿਗੁਰੂ ਨੇ ਉਸ ਜ਼ਮਾਨੇ 'ਚ ਬਾਣੀ ਵਿੱਚ ਲਿਖੇ ਨੇ। ਤੁਹਾਡੇ ਵਿੱਚੋਂ ਕੋਈ ਮੈਡੀਕਲ ਲਾਈਨ ਦੇ ਬੈਠੇ ਹੋਣਗੇ ਸ਼ਾਇਦ ਸੰਗਤ ਵਿੱਚ। ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੂਦਾ ਕੰਠ, ਸ਼ਬਦ ਨਹੀਂ ਉਚਰੈ, ਕਿਆ ਕਰੈ ਪ੍ਰਾਨੀ। ਮਾਥੈ ਪੀਰ, ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ।